अंतर कमल परगासिया गुर ज्ञानी जागे राम। जन नानक हर प्रभ पाया पूरे बड़ भागे राम। तनासरी महला पंजमा। मेरा लागो राम स्यों हेत सतगुर मेरा सदा सहाई। जन दुख का काटिया केत। हे प्यारियो जिहड़े दीन दुनी दे मालक है, महाराज है, वाहिगुरु है, ये सदा ही सहाई रहिंदे ने। तुसी किसी दुख विच भी परमेश्वर नूं महाराज नूं याद ना करो, उदों ही तुहाडे अंग संग होके रखिया जरूर करनगे प्यारे। पर तेरे दिल दा विश्वास ते प्रेम सच्चा होना चाहिए। वो तेरे प्रेम दे भुखे है मालक दीन दुनी दे, किसी वस्तु दे भुखे नहीं महाराज। फिर स्वामी जी ने दस्या है मेरा लागो राम स्यों हेत भी हे स्वामी मेरे लग गई प्रेम वाली चोट, राम मेरे हृदय च करो निवास। भी हे भगवान कृपा करो मेरा थोड़े ना प्रेम पै गया। प्रेम कदों पैंदा मालक ना? मालक ना उदों प्रेम पैंदा है जदों मालक दे सत करके वचन मन्नीए। कोई भी मालक है भावें वो दुनियावी है चाहे वो रब दा मालक दा मार्ग है, जे तुसी मालक दे सत करके वचन नहीं मानते, तुसी किते भी होवो, किते भी सर्विस करते होवो, तुसी कामयाब नहीं हो सकते। लिख लो मेरी गल। इवें गुरु ग्रंथ साहब महाराज फरमाउंदे है, थोनों दुनियावी तां दसी कि रूहानियत समझ लग जी। जिन्नी देर तुसी गुरु ग्रंथ साहब दे वचन सत सत करके नहीं मानते, हे रब दे प्यारिया, उन्नी देर तेरी प्रेम वाली डोरी नहीं पैनी रब ना। जो मालक कहंदा सच्चे पातशाह फरमाउंदे है, हे प्यारिया उही वचन मान के चल, आपे गुरु नानक दे दर तो तैनूं दातां प्राप्त होणगियां। उन्हां दे वचन सत करके चली चल, गुरु नानक दात तैनूं जरूर देणगे। फिर स्वामी जी दसदे है सतगुर मेरा सदा सहाई। हे वाहिगुरु जिहड़े सतगुरु है गुरु संगत जी, इउं नहीं भी हुणे ही सहाई है। जे आपां महाराज दे कोल बैठे हैं ना, अज ही सहाई है मेरा मालक, ये तो सदा ही सहाई आ प्यारिओ। ऐस समय भी सहाई है जदों तुसी आपो अपने गृह विखे गए, उत्थे भी सहाई होणगे। जिथे भी तुसी याद करोगे वाहिगुरू नूं मालक नूं, उत्थे उत्थे तेरी पत रखण आउणगे। जे तेरा उन्हां नाल प्रेम सच्चा होया। फिर स्वामी जी कहण लगे जिन दुख का काटिया केत, केत मैंने भंडार दुखां दा। देखो दुख केड़ा थोड़े सी सदामे दे, गरीबी
ਪੁਰਸ਼ ਦੀ ਮੱਤ ਮਾਰ ਦਿੰਦੀ ਹੈ। ਉਹਦੇ ਕੋਲੇ ਉਹ ਵੀ ਸੀ ਦਲਿੱਦਰ, ਕੋਈ ਕੰਮ ਤੇ ਨਾ ਜਾਣਾ। ਉਹਦੇ ਕੋਲੇ ਉਹ ਵੀ ਸੀ ਜਿਹਦੇ ਕੋਲੇ ਦਲਿੱਦਰ ਹੋਵੇ ਉਹ ਪੁਰਸ਼ ਨੂੰ ਦੁਨੀਆ ਸਤਿਕਾਰਦੀ ਨਹੀਂ ਕਿਤੇ। ਫੇਰ ਸਵਾਮੀ ਜੀ ਨੇ ਦੱਸਿਆ ਦੁੱਖਾਂ ਦੇ ਭੰਡਾਰ ਕਿੰਨੇ ਵੀ ਹੋਣ ਪਰ ਪ੍ਰਾਣੀ ਤੋਂ ਡੋਲ ਮਤ। ਜਿਹੜੇ ਵਾਹਿਗੁਰੂ ਹੈ, ਸਤਿਗੁਰੂ ਆਪਣੇ, ਉਹਨਾਂ ਤੇ ਭਰੋਸਾ ਰੱਖ ਕੇ ਤੁਰਿਆ ਚੱਲ। ਕਿਤੇ ਤਾਂ ਸੁਣਨਗੇ ਇਹੀ ਵਿਸ਼ਵਾਸ ਲੜ ਬੰਨ ਕੇ ਚੱਲ ਵੀ ਜਦ ਤੇਰੀ ਨਜ਼ਰ ਪੈ ਗਈ, ਕਿਰਪਾ ਹੋਗੀ, ਮਿਹਰ ਕਰਦੀ ਮੇਰੇ ਮਾਲਕਾ। ਫਿਰ ਸਵਾਮੀ ਜੀ ਦੱਸਦੇ ਐ, ਆਓ ਉਪਦੇਸ਼ ਉਹਨਾਂ ਦੇ ਉੱਪਰ ਇੱਕ ਦਸ਼ਟਾਂਤ ਦੇਵਾਂ ਵੀ ਵਾਹਿਗੁਰੂ ਨਾਲ ਜਿਹਦਾ ਪ੍ਰੇਮ ਹੈ ਤੇ ਪਤ ਜੁਗ ਜੁਗ ਵਿੱਚ ਰੱਬ ਦੇ ਪ੍ਰੇਮੀਆਂ ਦੀ ਵਾਹਿਗੁਰੂ ਰੱਖਦੇ ਆਏ ਲਾਜ ਭਗਤ ਜਨਾਂ ਦੀ। ਇੱਕ ਸਮੇਂ ਸ਼੍ਰੀ ਮਾਨ ਭਗਤ ਨਾਮਦੇਵ ਹੋਏ ਹੈ। ਉਹ ਬੀਠਲਾ ਭਗਵਾਨ ਦੀ ਮੂਰਤੀ ਸੀ। ਉਹ ਉਹਨਾਂ ਨੂੰ ਬਹੁਤ ਜ਼ਿਆਦੀ ਪ੍ਰੇਮ, ਵਿਸ਼ਵਾਸ, ਜਸ਼ ਕਰਦੇ ਹੁੰਦੇ ਸੀ। ਮੂਰਤੀ ਦਾ ਵਿਸ਼ਵਾਸ ਸੀ। ਆਪੋ ਆਪਣਾ ਵਿਸ਼ਵਾਸ ਹੋਣਾ ਚਾਹੀਦਾ ਪਿਆਰਿਓ। ਨਾਮਦੇਵ ਦਾ ਵਿਸ਼ਵਾਸ ਸੀ। ਉਹ ਜਾਣੀ ਹੌਲੀ ਹੌਲੀ ਬੀਠਲ ਭਗਵਾਨ ਦੀ ਕਿਰਪਾ ਤੇ ਨਾਮਦੇਵ ਦੀ ਭਗਤੀ ਰੋਸ਼ਨ ਹੋਣ ਲੱਗ ਗਈ। ਰੋਸ਼ਨ ਹੋਈ ਭਗਤੀ ਸਾਰੇ ਧਰਮਾਂ ਦੇ ਸਤਿਕਾਰੀ ਲੋਕ ਨਾਮਦੇਵ ਜੀ ਕੋਲੇ ਆਉਣ ਲੱਗੇ, ਭਗਤ ਜੀ ਕੋਲੇ। ਉਹਨਾਂ ਵਿੱਚੋਂ ਕੁਝ ਭਗਤ ਉਹਨਾਂ ਦੀ ਜਾਣੀ ਮੁਸਲਮਾਨ ਵੀ ਬਣ ਗਏ। ਨਾਮਦੇਵ ਜੀ ਦੇ ਭਗਤ ਕੁਝ ਮੁਸਲਮਾਨ ਵੀ ਬਣ ਗਏ। ਗੁਰੂ ਜੀ ਦੀ ਐਡੀ ਕਿਰਪਾ ਹੋਈ। ਧਿਆਨ ਦੇਣਾ ਗੁਰਸੰਗਤ ਜੀ, ਨਾਮ ਭਜਨ ਜਿਹੜਾ ਹੈ, ਸਿਮਰਨ ਹੈ, ਉਹ ਕਿਸੇ ਧਰਮ ਦਾ ਨਹੀਂ ਬੰਨਿਆ, ਕਿਸੇ ਜਾਤ ਦਾ, ਮਜ਼ਹਬ ਦਾ ਨਹੀਂ ਬੰਨਿਆ। ਉਹ ਸਭ ਦਾ ਸਾਂਝਾ ਹੈ ਵਾਹਿਗੁਰੂ। ਨਾਮਦੇਵ ਜੀ ਨੇ ਉਪਦੇਸ਼ ਦੇ ਕੇ ਹਰ ਧਰਮ, ਹਰ ਜਾਤ, ਹਰ ਪਾਤ ਨੂੰ ਸਤਿਕਾਰ ਬਖਸ਼ਿਆ। ਮੁਗਲ ਬਾਦਸ਼ਾਹ ਨੂੰ ਪਤਾ ਲੱਗਿਆ ਵੀ ਮੁਸਲਮਾਨ ਧਰਮ ਛੱਡ ਕੇ ਨਾਮਦੇਵ ਦੇ ਨਾਮ ਦੇ ਵਿੱਚ ਰੁੱਝੇ ਹੈ, ਵੀ ਇਹ ਮਗਰਲਾ ਮਾਤ ਹੈ। ਨਾਮਦੇਵ ਜੀ ਨੂੰ ਉਹਨਾਂ ਨੇ ਨਿਮੰਤਰਣ ਘੱਲਿਆ ਵੀ ਤੁਸੀਂ ਇੱਕ ਵਾਰੀ ਸਾਡੇ ਦਰਬਾਰ 'ਚ ਪੇਸ਼ ਹੋਵੋ। ਨਾਮਦੇਵ ਜੀ ਨੇ ਉਹਨਾਂ ਦੇ ਨਿਮੰਤਰਣ ਨੂੰ ਪੜ੍ਹ ਕੇ ਉਹਨਾਂ ਦੇ ਅਹਿਲਕਾਰਾਂ ਨੂੰ ਦੇਖਦੇ ਹੋਏ ਕਹਿੰਦੇ ਚਲੋ ਭਾਈ, ਨਾਮ ਦੇ ਭਗਤ ਵਾਲਿਆਂ ਨੂੰ ਕਾਹਦਾ ਡਰ, ਬਾਦਸ਼ਾਹ ਤੋਂ ਜਰਿਆ ਨਾ ਗਿਆ। ਉਹ ਕਹਿੰਦੇ ਫਕੀਰ ਜੀ, ਮੈਨੂੰ ਪਤਾ ਲੱਗਿਆ ਵੀ ਤੂੰ ਖੁਦਾ ਨੂੰ ਮਿਲਿਆ ਹੋਇਆ ਹੈ, ਤੂੰ ਬਹੁਤ ਕਰਾਮਾਤਾਂ ਜਾਣਦਾ ਹੈ, ਵੀ ਮੈਨੂੰ ਵੀ ਕੋਈ ਕਰਾਮਾਤ ਵਿਖਾ ਦੇ। ਉਹ ਕਹਿੰਦੇ ਜੀ ਮੈਂ ਕਰਾਮਾਤ ਨਹੀਂ ਦਿਖਾਉਂਦਾ, ਮੈਂ ਤਾਂ ਰੱਬ ਦਾ ਯਸ਼ ਕਰਦਾ, ਦਰਵੇਸ਼ ਆ, ਸਾਧੂ ਸੰਤਾਂ ਨਾਲ ਪ੍ਰੇਮ ਕਰਦਾ, ਉਹਨਾਂ ਕਰਕੇ ਹੀ ਮੈਨੂੰ ਸੰਗਤ ਜਾਣਦੀ ਹੈ ਤੇ ਦਰਵੇਸ਼ ਜਾਣ ਕੇ ਮੈਨੂੰ ਸੰਗਤ ਜਾਣਦੀ ਹੈ, ਕਰਾਮਾਤ ਕਰਕੇ ਨਹੀਂ ਜਾਣਦੀ।
ਬਾਦਸ਼ਾਹ ਨੂੰ ਕ੍ਰੋਧ ਆਇਆ, ਜੇ ਪਠਾਨ ਕਹਿੰਦਾ ਜਾਣਦਾ ਹੀ ਨਹੀਂ ਤਾਂ ਕੁਛ, ਫਿਰ ਤੂੰ ਮੁਸਲਮਾਨ ਸਾਡੇ ਮਰੀਦ ਕਿਉਂ ਬਣਾ ਲੇ? ਜੇ ਤੇਰੇ 'ਚ ਕੋਈ ਕਲਾ ਹੀ ਨਹੀਂ, ਤੂੰ ਸਾਡੇ ਧਰਮ ਨੂੰ ਢਾਹ ਲਾਈ ਜਾਨਾ। ਉਹ ਕਹਿੰਦੇ ਜੀ ਮੈਂ ਉਪਦੇਸ਼ ਦਿੰਨਾ, ਜਿਹਨੂੰ ਚੰਗਾ ਲੱਗਦਾ ਆ ਜਾਂਦਾ ਮੇਰੇ ਕੋਲੇ, ਮੈਂ ਕਿਹੜਾ ਕਹਿੰਨਾ ਵੀ ਇਹ ਧਰਮ ਦਾ ਆ ਜਾਓ ਜਾਂ ਧਰਮ ਦਾ ਨਾ ਆਓ, ਵੀ ਮੈਂ ਤਾਂ ਕਿਸੇ ਨੂੰ ਰੋਕਦਾ ਨਹੀਂ। ਉਹ ਬਾਦਸ਼ਾਹ ਹੁਣ ਜਾਂ ਤਾਂ ਕੋਈ ਗੁਰਸੰਗਤ ਕਰੀ ਹੁੰਦੀ, ਨਾਮ ਜਪਿਆ ਹੁੰਦਾ, ਫਿਰ ਤਾਂ ਬਾਦਸ਼ਾਹ ਦੇ ਹਿਰਦੇ ਦੇ ਵਿੱਚ ਨਿਵਾਸ ਕਰ ਜਾਂਦੇ ਬਚਨ। ਹੁਣ ਬਾਦਸ਼ਾਹ ਨੂੰ ਹੰਕਾਰ ਬਸੀ ਭੂਪ ਆਪਣੀ ਬਾਦਸ਼ਾਹੀ ਦਾ। ਉਹ ਕਹਿੰਦੇ ਤੂੰ ਮਾਫੀ ਦੇ ਯੋਗ ਵੀ ਨਹੀਂ। ਮਹਾਂਪੁਰਸ਼ਾਂ ਨੂੰ ਕਹਿਣ ਲੱਗੇ, ਨਾਮਦੇਵ ਜੀ ਨੂੰ, ਇਹ ਸਾਡੇ ਰਾਜ ਵਿੱਚ ਤੈਨੂੰ ਕ੍ਰਿਸ਼ਮਾ ਕਰਨਾ ਪਊ, ਜਾਂ ਫਿਰ ਤੈਨੂੰ ਸਲਾਮ ਧਰਮ ਕਬੂਲ ਕਰਨਾ ਪਊ, ਜਾਂ ਫਿਰ ਤੀਸਰਾ ਤੈਨੂੰ ਕਲਮ ਕਰਨਾ ਪਊ ਸਾਨੂੰ। ਨਾਮਦੇਵ ਜੀ ਸੁਣ ਰਹੇ ਆ ਰੱਬ ਦੇ ਭਾਣੇ ਨੂੰ। ਉਹ ਕਹਿੰਦੇ ਦੇਖ ਨਾਮਦੇਵ ਜੀ, ਸਾਡੇ ਨਾ ਇੱਥੇ ਰਾਜ ਵਿੱਚ ਇੱਕ ਗਊ ਮਰ ਗਈ, ਜਾਂ ਤਾਂ ਉਹਨੂੰ ਜਿਉਂਦੀ ਕਰਕੇ ਕਰਾਮਾਤ ਕਰ ਦੇ, ਨਹੀਂ ਸਲਾਮ ਧਰਮ ਕਬੂਲ ਕਰ ਲੈ, ਨਹੀਂ ਤਾਂ ਫਿਰ ਤੈਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਊ। ਦੇਖੋ ਭਗਤਾਂ ਨੂੰ ਭੀੜਤਾਂ ਕਿੰਨੀਆਂ ਆਉਂਦੀਆਂ। ਗੁਰਸੰਗਤ ਜੀ, ਨਾਮਦੇਵ ਜੀ ਕਹਿੰਦੇ ਵੀ ਦੇਖੋ ਮੈਂ ਇਹ ਤਿੰਨਾਂ ਚੋਂ ਕੁਝ ਵੀ ਨਹੀਂ ਕਰ ਸਕਦਾ। ਬਾਦਸ਼ਾਹ ਨੇ ਮੋਏ ਹੋਏ ਜਾਨਵਰ ਕਹਿੰਦੇ ਮੈਂ ਜਿਉਂਦੇ ਨਹੀਂ ਕਰ ਸਕਦਾ, ਮੇਰੇ 'ਚ ਕੋਈ ਕਰਾਮਾਤ ਨਹੀਂ, ਮਰਨਾ ਤੇ ਜਗਾਉਣਾ ਰੱਬ ਦੇ ਵੱਸ ਹੈ, ਭਗਵਾਨ ਦੀ ਮਰਜ਼ੀ ਆ ਬਾਦਸ਼ਾਹ, ਮੇਰੀ ਮਰਜ਼ੀ ਨਹੀਂ। ਉਹਦੀ ਮਰਜ਼ੀ ਬਿਨਾ ਮੈਂ ਵੀ ਕੁਛ ਨਹੀਂ ਕਰ ਸਕਦਾ। ਫਿਰ ਬਾਦਸ਼ਾਹ ਨੇ ਜੇਲ੍ਹ 'ਚ ਦੇਤੇ ਤੇ ਢਡੋਰਾ ਫਰਾਤਾ ਸਾਰੇ ਵੀ ਇੰਨੀ ਤਰੀਕ ਇੰਨੇ ਵਜੇ ਨਾਮਦੇਵ ਜੀ ਨੂੰ ਸੂਲੀ ਤੇ ਚਾੜਿਆ ਜਾਊ। ਗੁਰਸੰਗਤ ਜੀ, ਜਿਉਣਾ ਤੇ ਮਰਨਾ ਤਾਂ ਰੱਬ ਦੇ ਹੱਥ ਹੈ। ਜੇ ਮੇਰੇ ਤੇ ਤੇਰੇ ਹੱਥ ਹੁੰਦਾ ਪਿਆਰੇ, ਮੈਂ ਰੋਕ ਲੈਂਦਾ, ਕਿਸੇ ਨੂੰ ਬਿਨਾਂ ਜਾਣ ਦਿੰਦਾ ਦੁਨੀਆ ਤੋਂ, ਪਰ ਨਹੀਂ, ਇਹ ਈਸ਼ਵਰ ਦੀ ਰੀਤ ਹੈ। ਉਸ ਮਿਸ਼ਨ ਤੇ ਰਾਤ ਇੱਕ ਮੈਂ ਧਾਰਨਾ ਬਣਾਈ, ਕਿਉਂਕਿ ਜਿਵੇਂ ਬਰਸ਼ੀ ਆ ਨਾ ਬਾਬਾ ਗੁਲਜ਼ਾਰ ਸਿੰਘ ਜੀ ਦੀ, ਮਨ ਹੀ ਮਨ ਵਿੱਚ ਸੀ, ਜੇ ਮੈਂ ਰੋਕਣਾ ਹੁੰਦਾ ਤੇ ਮੈਂ ਰੋਕਣ ਸਕਦਾ ਸੀ ਕਿ ਨਹੀਂ ਸਕਦਾ ਸੀ, ਉਹ ਤਾਂ ਵਾਹਿਗੁਰੂ ਦੇ ਹੱਥ। ਰੋਕਣਾ ਚਾਹੁੰਦੇ ਰੋਕ ਲੈਂਦੇ, ਭੇਜਣਾ ਚਾਹੁੰਦੇ ਭੇਜ ਦਿੰਦੇ, ਉਹਦੇ ਹੱਥ ਸੀ। ਜੋ ਉਹਨੇ ਕਰਿਆ ਮੈਨੂੰ ਬਹੁਤ ਖੁਸ਼ੀ ਹੈ, ਜਾਣੀ ਉਹਦੇ ਰਜਾ ਵਿੱਚ ਰਹਿਣਾ ਚਾਹੀਦਾ, ਤਾਂ ਹੀ ਫਕੀਰ ਕਾਮਲ ਬਣ ਸਕਦਾ ਕੋਈ। ਨਾਮਦੇਵ ਜੀ ਨੇ ਵੀ ਇਹੀ ਵਿਚਾਰ ਰੱਖੇ ਵੀ ਰਾਜਾ ਇਹ ਤਾਂ ਭਗਵਾਨ ਦੇ ਵੱਸ ਹੈ। ਆਓ ਪ੍ਰੇਮ ਨਾਲ ਰਚਨਾ ਕਰੋ ਪਵਿੱਤਰ, ਪਹਿਲੇ ਦਰਜੇ ਤੇ ਤੁਹਾਡਾ ਦਾਸ ਆਖੂ, ਦੂਸਰੇ ਦਰਜੇ ਤੇ ਮੇਰੇ ਭਾਈ ਵੀਰ ਬਜ਼ੁਰਗ ਆਖਿਓ, ਤੀਸਰੇ ਦਰਜੇ ਤੇ ਮੇਰੀਆਂ ਮਾਤਾ, ਮੇਰੀਆਂ ਲੜਕੀਆਂ, ਮੇਰੀਆਂ ਬਹਿਨਾਂ, ਇਹ ਆਖਿਓ। ਜਿੰਦ ਦੇਣੀ ਤੇ ਕਿਸੇ ਨੂੰ ਅੰਤ ਮਾਰਨਾ, ਡੋਰੀ ਹੱਥ ਭਗਵਾਨ ਦੇ। ਜਿੰਦ ਦੇਣੀ ਤੇ ਅੰਤ ਕਿਸੇ ਨੂੰ ਮਾਰਨਾ, ਡੋਰੀ ਹੱਥ ਭਗਵਾਨ ਦੇ। ਜਿੰਦ ਦੇਣੀ ਤੇ ਕਿਸੇ ਨੂੰ ਅੰਤ ਮਾਰਨਾ,
ਡੋਰੀ ਹੱਥ ਭਗਵਾਨ ਦੇ, ਜਿੰਦ ਦੇਣੀ ਤੇ ਕਿਸੇ ਨੂੰ ਅੰਤ ਮਾਰਨਾ, ਡੋਰੀ ਹੱਥ ਭਗਵਾਨ ਦੇ। ਜਿੰਦ ਦੇਣੀ ਤੇ ਕਿਸੇ ਨੂੰ ਅੰਤ ਮਾਰਨਾ, ਡੋਰੀ ਹੱਥ ਭਗਵਾਨ ਦੇ, ਜਿੰਦ ਦੇਣੀ ਤੇ ਕਿਸੇ ਨੂੰ ਅੰਤ ਮਾਰਨਾ, ਡੋਰੀ ਹੱਥ ਭਗਵਾਨ ਦੇ। ਜਿੰਦ ਦੇਣੀ ਤੇ ਕਿਸੇ ਨੂੰ ਅੰਤ ਮਾਰਨਾ, ਡੋਰੀ ਹੱਥ ਭਗਵਾਨ ਦੇ, ਜਿੰਦ ਦੇਣੀ ਤੇ ਕਿਸੇ ਨੂੰ ਅੰਤ ਮਾਰਨਾ, ਡੋਰੀ ਹੱਥ ਭਗਵਾਨ ਦੇ। ਹੁੰਦਾ ਬਿਰਦ ਇਹੀ ਸਾਧੂਆਂ ਦਾ ਤਾਰਨਾ, ਭੇਜੇ ਆਉਂਦੇ ਭਗਵਾਨ ਦੇ। ਹੁੰਦਾ ਬਿਰਦ ਇਹ ਸਾਧੂਆਂ ਦਾ ਤਾਰਨਾ, ਭੇਜੇ ਆਉਂਦੇ ਭਗਵਾਨ ਦੇ। ਹੁੰਦਾ ਬਿਰਦੇ ਸਾਧੂਆਂ ਦਾ ਤਾਰਨਾ, ਭੇਜੇ ਆਉਂਦੇ ਭਗਵਾਨ ਦੇ। ਹੁੰਦਾ ਬਿਰਦੇ ਸਾਧੂਆਂ ਦਾ ਤਾਰਨਾ, ਭੇਜੇ ਆਉਂਦੇ ਭਗਵਾਨ ਦੇ। ਤਾਰਨਾ ਭੇਜੇ ਆਉਂਦੇ ਭਗਵਾਨ ਦੇ। ਹੁੰਦਾ ਬਿਰਦ ਇਹ ਸਾਧੂਆਂ ਦਾ ਤਾਰਨਾ, ਭੇਜੇ ਆਉਂਦੇ ਭਗਵਾਨ ਦੇ। ਹੁੰਦਾ ਬਿਰਦ ਇਹ ਸਾਧੂਆਂ ਦਾ ਤਾਰਨਾ, ਭੇਜੇ ਆਉਂਦੇ ਭਗਵਾਨ ਦੇ। ਹੁੰਦਾ ਬਿਰਦੇ ਸਾਧੂਆਂ ਦਾ ਤਾਰਨਾ, ਭੇਜੇ ਆਉਂਦੇ ਭਗਵਾਨ ਦੇ। ਹੁੰਦਾ ਬਿਰਦੇ ਸਾਧੂਆਂ ਦਾ ਤਾਰਨਾ, ਭੇਜੇ ਆਉਂਦੇ ਭਗਵਾਨ ਦੇ। ਬਾਦਸ਼ਾਹ ਨੂੰ ਸਮਝਾਉਂਦੀ ਹੈ, ਬਾਦਸ਼ਾਹ ਜੇ ਮੇਰੇ ਹੱਥ ਹੁੰਦਾ ਮੈਂ ਜਾਣ ਹੀ ਨਾ ਦਿੰਦਾ ਕਿਸੇ ਨੂੰ ਦੁਨੀਆ ਤੋਂ, ਕਿਉਂਕਿ ਫਕੀਰਾਂ ਦੇ ਦਿਲ ਬਹੁਤ ਨਰਮ ਹੁੰਦੀ ਹੈ। ਪਰ ਬਾਦਸ਼ਾਹ ਦੇ ਸਮਝ ਨਾ ਪਈ, ਕੈਦ ਕਰਤਾ ਨਾਮਦੇਵ ਜੀ ਨੂੰ, ਢੰਡੋਰਾ ਸਾਰੇ ਸ਼ਹਿਰ ਵਿੱਚ ਫਰਾਤਾ। ਤੇ ਮਾਂ ਦਾ ਦਿਲ ਕੋਮਲ ਹੁੰਦਾ ਗੁਰਸੰਗਤ ਜੀ। ਮਾਂ ਨਾਮਦੇਵ ਜੀ ਦੀ ਭੱਜੀ ਗਈ। ਉਹ ਕਹਿੰਦੀ, ਪੁੱਤ ਤੂੰ ਬਾਦਸ਼ਾਹ ਨਾਲ ਟੱਕਰ ਨਾ ਲੈ, ਆਪਣਾ ਕੀ ਮੇਲ ਆ, ਮਾਂ ਪੁਰਸ਼ਾਂ ਦਾ ਤੇ ਬਾਦਸ਼ਾਹ ਦਾ ਮੇਲ ਕੋਈ ਨਹੀਂ। ਆਪਾਂ ਫਕੀਰ ਲੋਕ ਇਹ ਬਾਦਸ਼ਾਹ ਲੋਕ ਖਤਮ ਕਰ ਦੇਣਗੇ। ਤੂੰ ਸਲਾਮ ਧਰਮ ਕਬੂਲ ਕਰ ਲੈ, ਸਾਰੀ ਉਮਰ ਮੈਂ ਤੈਨੂੰ ਦੇਖਦੀ ਰਹੂੰ। ਪੁੱਤ ਤੂੰ ਇਹ ਮੇਰੇ ਬੇਨਤੀ ਮਨਜ਼ੂਰ ਕਰ ਲੈ। ਫਿਰ ਨਾਮਦੇਵ ਜੀ ਕਹਿਣ ਲੱਗੇ, ਮਾਤਾ ਅੱਜ ਤੋਂ ਤੂੰ ਮੇਰੀ ਮਾਤਾ ਤਾਂ ਨਹੀਂ ਹੋਏਗੀ, ਮੈਂ ਤੈਨੂੰ ਮਾਂ ਤਾਂ ਨਹੀਂ ਕਹੂੰਗਾ, ਪਰ ਮੈਂ ਆਪਣਾ ਧਰਮ ਨਹੀਂ ਬਦਲੂੰਗਾ। ਮੌਤ ਤਾਂ ਇੱਕ ਦਿਨ ਆ ਜੂਗੀ, ਭਾਵੇਂ ਮੈਨੂੰ ਕਿਸੇ ਧਰਮ 'ਚ ਦੇ ਦੇਵੇ ਵਾਹਿਗੁਰੂ, ਪਰ ਮੈਂ ਆਪਣਾ ਧਰਮ ਨਹੀਂ ਤਿਆਗੂ। ਮਾਂ ਮੌਤ ਆਉਂਦੀ ਅੱਜ ਆਉਂਦੀ, ਹੁਣੇ ਆ ਜੇ। ਉਹਨਾਂ ਨੇ ਇੰਨੇ ਬਚਨ ਕਹਿ ਕੇ ਮਾਂ ਨੂੰ ਘੱਲਤਾ। ਫਿਰ ਕੁਝ ਹੋਰ ਇਕੱਠੇ ਹੋ ਕੇ ਗੁਰਸੰਗਤ ਜੀ ਗਏ, ਪ੍ਰਾਣੀ ਜਿਵੇਂ ਸ਼ਰਧਾਲੂ ਕਹਿ ਲੋ, ਨਾਮਦੇਵ ਦੇ ਸ਼ਰਧਾਲੂ ਸੂਬੇ ਕੋਲੇ ਗਏ ਵੀ ਸੂਬਾ ਸਾਤੋਂ ਧਨ ਲੈ ਲਾ। ਧਨ ਇਕੱਠਾ ਕਰ ਲਿਆ ਸੀ ਉਹਨਾਂ ਨੇ,
ਸੋਨਾ ਇਕੱਠਾ ਕਰ ਲਿਆ ਸੀ ਵੀ ਇਹ ਲੈ ਲਾ ਤੇ ਨਾਮਦੇਵ ਛੱਡ ਦੇ। ਉਹ ਕਹਿੰਦਾ ਵੀ ਨਹੀਂ, ਇਹ ਮੈਂ ਕਰ ਨਹੀਂ ਸਕਦਾ, ਵੀ ਜਾਂ ਤਾਂ ਕਰਾਮਾਤ ਦਿਖਾਉਣ, ਦੇਖਣੀ ਜ਼ਰੂਰ ਆ, ਤੇ ਨਹੀਂ ਫਿਰ ਕਤਲ ਹੀ ਹੋ। ਸੂਬੇ ਸਾਹਿਬ ਜੀ ਨੇ ਫਿਰ ਹਾਥੀ ਮੰਗਾ ਲਿਆ, ਮਦਰਾ ਪਿਲਾ ਕੇ ਮਸਤ ਕਰਕੇ ਨਾਮਦੇਵ ਜੀ ਵੱਲ ਨੂੰ ਛੱਡਤਾ। ਉਧਰੋਂ ਜਲਾਦਾਂ ਨੇ ਨਾਮਦੇਵ ਜੀ ਨੂੰ ਲਿਆਂਦਾ। ਹਜੇ ਮੇਲ ਹੋਣਾ ਸੀ, ਟਕਰਾਅ ਹੋਣਾ ਸੀ, ਦੂਰ ਸੀ, ਇੰਨੇ ਨੂੰ ਅਹਿਲਕਾਰ ਆ ਗਏ। ਸੂਬੇ ਨੂੰ ਕਹਿਣ ਲੱਗੇ, ਬਾਦਸ਼ਾਹ ਜਿਹੜੀ ਆਪਣੇ ਮਹਿਲਾਂ 'ਚ ਗਊ ਸੀ ਉਹ ਸਰਜੀਤ ਹੋ ਗਈ। ਬਾਦਸ਼ਾਹ ਦੇ ਥੋਂ ਗਈਆਂ। ਕਹਿੰਦੇ ਉਹ ਮਰੀ ਹੋਈ ਕਿਵੇਂ ਸਰਜੀਤ ਹੋ ਗਈ? ਉਹ ਵੀ ਦੇਖਣ ਲਈ ਬਾਦਸ਼ਾਹ ਫਿਰ ਖੁਦ ਗਿਆ। ਉਹਨੇ ਕਿਸੇ ਤੇ ਯਕੀਨ ਨਹੀਂ ਕਰਿਆ। ਉਸੇ ਵਕਤ ਦੇਖਿਆ ਵੀ ਇਹ ਤਾਂ ਮਰੀ ਪਈ ਗਊ ਜਿਉਂਦੀ ਹੋ ਗਈ ਸਾਡੀ ਰਾਜ ਦੀ। ਉਸੇ ਵਕਤ ਉਹਨੇ ਰੋਕਿਆ ਵੀ ਦਰਵੇਸ਼ ਮੂਹਰੇ ਹਾਥੀ ਨਾ ਚਲੇ ਜਾਏ। ਮਸਤ ਹਾਥੀ ਦੇ ਮੂਹਰੇ ਖੜ ਗਏ। ਬਾਦਸ਼ਾਹ ਕਹਿੰਦੇ ਵਾਪਸ ਭੇਜ ਦਿਓ। ਬੇਨਤੀ ਕਰੀ ਫਿਰ ਨਾਮਦੇਵ ਜੀ ਨੂੰ ਵੀ ਨਾਮਦੇਵ ਜੀ ਤੁਹਾਡੀ ਧਨ ਹੈ ਕਮਾਈ, ਜੈ ਜੈਕਾਰ ਹੋਗੀ ਫਿਰ ਨਾਮਦੇਵ ਜੀ ਦੀ। ਛੱਡਣਾ ਪਿਆ ਤੇ ਨਾਲੇ ਨਮਸਕਾਰ ਕਰਨੀ ਪਈ, ਨਾਲੇ ਧੰਨ ਧੰਨ ਕਹਿਣਾ ਪਿਆ। ਤੇ ਨਾਮਦੇਵ ਜੀ ਨੇ ਫਿਰ ਵੀ ਕਿਹਾ, ਕਹਿੰਦੇ ਪਿਆਰਿਆ ਇਹ ਸਭ ਭਗਵਾਨ ਦੀ ਖੇਡ ਹੈ, ਜਿਉਣਾ ਤੇ ਮਰਨਾ ਉਹਦੇ ਹੱਥ ਹੈ। ਇਹ ਉਹ ਵੀ ਉਹਨੇ ਹੀ ਕਰਿਆ, ਕਰਾਮਾਤ ਨਹੀਂ, ਇਹ ਕਿਰਪਾ ਹੈ ਵਾਹਿਗੁਰੂ ਦੀ। ਕਿਉਂਕਿ ਉਹ ਜੁਗ ਜੁਗ ਵਿੱਚ ਆਪਣੇ ਭਗਤ ਜਨਾਂ ਦੀ ਲਾਜ ਰੱਖਦੇ ਆਏ ਹੈ। ਉਹਨਾਂ ਨੇ ਲਾਜ ਰੱਖੀ ਹੈ, ਕਿਰਪਾ ਕੀਤੀ ਹੈ। ਭਗਤ ਨਾਮਦੇਵ ਜੀ ਕਹਿੰਦੇ ਇਹ ਅਕਾਲ ਪੁਰਖ ਦੀ ਮਿਹਰ ਹੈ। ਫਿਰ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਭਗਤਾਂ ਦੀ ਬਾਣੀ ਵਿੱਚ ਲਿਖਿਆ ਹੈ, ਉਚਾਰਨ ਕਰਿਆ ਹੈ। ਨਾਮਦੇਵ ਜੀ ਦੇ ਬਚਨ ਹੈ। ਗੁਰਸੰਗਤ ਜੀ ਤੁਹਾਨੂੰ ਪਤਾ, ਸਾਖੀ ਉਹਨਾਂ ਚਿਰ ਨਹੀਂ ਮੈਂ ਲਾਉਂਦਾ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਨਾ ਹੋਈ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸੀ, ਇਸ ਕਰਕੇ ਮੈਂ ਪ੍ਰਵਚਨ ਤੁਹਾਨੂੰ ਦੱਸੇ। ਕਹਿਤ ਨਾਮ ਦਿਓ ਹਰ ਕੀ ਰਚਨਾ, ਵੀ ਹੇ ਵਾਹਿਗੁਰੂ ਨਾਮਦੇਵ ਜੀ ਕਹਿ ਰਹੀ ਹੈ ਇਹ ਸਭ ਈਸ਼ਵਰ ਦੀ ਰਚਨਾ ਹੈ ਸੰਸਾਰ। ਵੀ ਹੇ ਪਿਆਰੇ ਤੂੰ ਰੱਬ ਦੇ ਚਰਨੀ ਲੱਗ ਜਾ। ਭੁੱਲਿਆ ਭੜਕਿਆ ਹਜੇ ਵੀ ਮੁੜ ਜਾ, ਭਜਨ ਲੈ ਕੇ ਗੁਰੂ ਵਾਲਾ ਬਣ ਜਾ।